ਇੱਕ ਬੰਦਾ ਇਹ ਦੁਨਿਆਵੀ ਮਿਸਾਲ ਤੁਹਾਨੂੰ ਵੈਸੇ ਦੇ ਰਿਹਾ ਸਮਝਾਉਣ ਵਾਸਤੇ ਕਿ ਇੱਕ ਜਿਹੜਾ ਕ੍ਰਿਮੀਨਲ ਆ ਨਾ ਜਿਹਨੇ ਕ੍ਰਾਈਮ ਕੀਤਾ ਵਾ ਉਹਦੀ ਖਾਲੀ ਤੁਸੀਂ ਤਾਰੀਫ ਵੀ ਕਰਦੇ ਹੋ ਨਾ ਤੇ ਉਹ ਵੀ ਜੁਰਮ ਦੇ ਜ਼ੁਮਰੇ 'ਚ ਆਉਂਦਾ। ਕਿਉਂ ਕਿ ਤੁਸੀਂ ਉਹਦੇ ਗਲਤ ਕੰਮ ਦੀ ਤਹਿਸੀਨ ਕਰ ਰਹੇ ਹੋ, ਯਾਨੀ ਕਿ ਤੁਸੀਂ ਉਸ ਗਲਤ ਕੰਮ ਦੇ ਸਪੋਰਟਰ ਹੋ। ਹੁਣ ਗੱਲ ਰਹਿ ਗਈ ਇਹਦੀ ਕਿ ਇਹ ਜੋ ਮੁਜੱਦਦ ਮੰਨਦੇ ਆ, ਇਹ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੇ ਜਿਹੜਾ ਦਾਅਵਾ ਕੀਤਾ ਨਾ, ਇੰਜ ਦੇ ਹੀ ਮਿਲਦੇ ਜੁਲਦੇ ਦਾਅਵੇ ਪਹਿਲੇ ਕਜ਼ਾਬਾਂ ਨੇ ਵੀ ਇੰਜ ਦੇ ਹੀ ਕੀਤੇ ਆ। ਹਰ ਕਿਸੇ ਨੇ ਬਸ ਉਸ ਆਪਣੇ ਆਪਣੇ ਜ਼ਿਹਨ ਦੇ ਮੁਤਾਬਕ ਥੋੜ੍ਹੀ ਬਹੁਤੀ ਤਵੀਲ ਉੱਤੇ ਥੱਲੇ ਕਰਕੇ ਤੇ ਮੋਟਾ ਮੋਟਾ ਸਮਝ ਲਓ ਕਿ ਸੇਮ ਟੂ ਸੇਮ ਹੀ ਦਾਅਵੇ ਸੀ। ਮੁਸੈਲਮਾ ਕਜ਼ਾਬ ਨੇ ਕੀ ਕਿਹਾ ਸੀ? ਉਹਨੇ ਵੀ ਇਹੀ ਕਿਹਾ ਸੀ। ਉਹਨੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਇਨਕਾਰ ਨਹੀਂ ਸੀ ਕੀਤਾ। ਉਹਨੇ ਵੀ ਇਹੀ ਕਿਹਾ ਸੀ ਕਿ ਮੈਂ ਤੁਸੀਂ ਵੀ ਨਬੀ ਹੋ, ਤੁਹਾਨੂੰ ਵੀ ਮੈਂ ਨਬੀ ਮੰਨਦਾ ਤੇ ਮੈਂ ਵੀ ਤੁਹਾਡੇ ਨਾਲ ਨਬੂਵਤ ਦੇ ਵਿੱਚ ਸ਼ਰੀਕ ਹਾਂ। ਜਿਸ ਤਰ੍ਹਾਂ ਮਿਰਜ਼ਾ ਕਹਿੰਦਾ ਜੀ ਕਿ ਮੈਂ ਤਾਂ ਅਲੱਗਾ ਤਾਂ ਕੋਈ ਨਬੀ ਨਹੀਂ ਹੈ, ਉਹਨਾਂ ਦੇ ਵਿੱਚੋਂ ਹੋ ਕੇ ਹੀ ਮੈਂ ਨਬੀ ਹਾਂ। ਮਤਲਬ ਕਿ ਅਲਫਾਜ਼ ਦਾ ਹੇਰ ਫੇਰ ਆ, ਲੇਕਿਨ ਉਹ ਸਾਰਾ ਓਵਰਆਲ ਸਿਨਾਰੀਓ ਵੇਖਿਆ ਜਾਵੇ ਤਾਂ ਦੋਵਾਂ ਦੇ ਰਲਦੇ ਮਿਲਦੇ ਹੀ ਦਾਅਵੇ ਆ। ਇਸੇ ਤਰੀਕੇ ਇਸਹਾਕ ਅਖਰਸ ਜਿਹੜਾ ਸੀ ਉਹਨੇ ਵੀ ਇਹੀ ਕਿਹਾ ਸੀ ਕਿ ਮੈਂ ਜ਼ਿਲੀ ਬਰੂਜ਼ੀ ਨਬੀ ਹਾਂ। ਜੇ ਮਿਰਜ਼ੇ ਉਹਦਾ ਤਾਂ ਬਿਲਕੁਲ ਹੀ ਹੂ ਬਹੂ ਮਿਰਜ਼ੇ ਵਾਲਾ ਹੀ ਦਾਅਵਾ ਸੀ। ਹੁਣ ਮੁਸੈਲਮਾ ਕਜ਼ਾਬ ਜਿਹੜਾ ਹੈ ਵੇ ਉਹਨੇ ਨਬੂਵਤ ਦਾ ਦਾਅਵਾ ਕੀਤਾ, ਉਹਨੂੰ ਅੱਲਾ ਦੇ ਨਬੀ ਨੇ ਕਜ਼ਾਬ ਕਰਾਰ ਦਿੱਤਾ ਤੇ ਉਹ ਜਿਹੜਾ ਵਾ ਉਹਦੀ ਸਜ਼ਾ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਜਿਹੜਾ ਨਾ ਉਹ ਜਿਹੜੇ ਕਾਸਦ ਆਏ ਸੀ ਉਹਨਾਂ ਨੂੰ ਸੁਣਾ ਦਿੱਤੀ ਸੀ ਕਿ ਇਹਨਾਂ ਦੀ ਸਜ਼ਾ ਮੌਤ ਆ। ਤੇ ਇਸਲਾਮ ਦਾ ਇਹ ਹੁਕਮ ਆ ਕਿ ਮੁਸਲਮਾਨ ਜਿਹੜਾ ਹੈ ਉਹਦੀ ਗਰਦਨ ਨਹੀਂ ਮਾਰੀ ਜਾ ਸਕਦੀ ਤਿੰਨਾਂ ਵਜੂਹਾਤ ਦੀ ਬੁਨਿਆਦ ਤੇ। ਇੱਕ ਤੇ ਉਹ ਜਿਹੜਾ ਹੈ ਵੇ ਉਹਨੇ ਕਿਸੇ ਦਾ ਕਤਲ ਕੀਤਾ ਹੋਏ ਤੇ ਤਾਂ ਉਹਦੀ ਗਰਦਨ ਮਾਰੀ ਜਾਏ। ਦੂਸਰੀ ਉਹਦੀ ਵਜ੍ਹਾ ਇਹ ਵੇ ਉਹਦੇ ਵਿੱਚ ਕਿ ਉਹ ਇਰਤਦਾਦ ਕਰੇ, ਯਾਨੀ ਮੁਰਤਦ ਹੋ ਜਾਏ ਤੇ ਉਹਦੀ ਗਰਦਨ ਮਾਰੀ ਜਾ ਸਕਦੀ। ਇਹ ਜਿਹੜੇ ਕਜ਼ਾਬ ਨੇ ਇਹ ਮੁਰਤਦ ਦੇ ਜ਼ੁਮਰੇ 'ਚ ਆਉਂਦੇ ਆ ਤੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨਾਂ ਦੀ ਸਜ਼ਾ ਵਾਜ਼ਿਹ ਦੱਸ ਦਿੱਤੀ ਵੀ ਇਹ ਇਹਨਾਂ ਦੀ ਸਜ਼ਾ ਹੈ ਸਜ਼ਾਏ ਮੌਤ, ਕਤਲ। ਹੁਣ ਤੁਸੀਂ ਦੱਸੋ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨੂੰ ਕਜ਼ਾਬ ਕਰਾਰ ਦਿੱਤਾ, ਦਾਇਰਾ ਇਸਲਾਮ ਤੋਂ ਖਾਰਿਜ ਕਰਾਰ ਦਿੱਤਾ। ਇੱਕ ਬੰਦਾ ਉੱਠ ਕੇ ਕਹਿੰਦਾ ਕਿ ਮੁਸੈਲਮਾ ਕਜ਼ਾਬ ਤੇ ਬੜਾ ਅੱਛਾ ਬੰਦਾ ਸੀ ਤੇ ਵਕਤ ਦਾ ਮੁਜੱਦਦ ਸੀ, ਠੀਕ ਆ, ਨਬੂਵਤ ਦਾ ਉਹਦਾ ਦਾਅਵਾ ਨਹੀਂ ਸੀ ਹੈ, ਜਾਂ ਉਹ ਕਹਿੰਦਾ ਉਹਨੇ ਨਹੀਂ ਦਾਅਵਾ ਕੀਤਾ, ਜਾਂ ਉਹ ਕਹਿੰਦਾ ਕਿ ਮੈਂ ਉਹਨੂੰ ਨਬੀ ਤਾਂ ਨਹੀਂ ਮੰਨਦਾ ਲੇਕਿਨ ਮੈਂ ਉਹਨੂੰ ਮੁਜੱਦਦ ਮੰਨਦਾ, ਬੜੀ ਉਹਨੇ ਖਿਦਮਤ ਕੀਤੀ ਹੈ ਦੀਨ ਦੀ ਤੇ ਬੜਾ ਇਲਮ ਵਾਲਾ ਬੰਦਾ ਸੀ। ਉਹ ਅਸਲ ਦੇ ਵਿੱਚ ਕਰ ਕੀ ਰਿਹਾ ਵਾ, ਉਹਦਾ ਜੁਰਮ ਕੀ ਆ? ਐਸ ਜੁਰਮ ਨਾਲੋਂ ਕਿ ਉਹ ਮੁਜੱਦਦ ਉਹਨੂੰ ਕਹਿ ਰਿਹਾ ਜਾਂ ਉਹਦੀ ਤਾਰੀਫ ਕਰ ਰਿਹਾ, ਇਸ ਤੋਂ ਜ਼ਿਆਦਾ ਜੁਰਮ ਉਹਦਾ ਇਹ ਆ ਕਿ ਉਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਮਾਨ ਦੀ ਖਿਲਾਫ ਵਰਜ਼ੀ ਕਰ ਰਿਹਾ। ਯਾਨੀ ਜਿਸ ਜੁਰਮ ਦੀ ਬਿਨਾ ਤੇ ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਨੇ ਉਹਨੂੰ ਮੁਰਤਦ ਕਰਾਰ ਦੇ ਕੇ ਉਹਦੀ ਇੰਨੀ ਸਖਤ ਸਜ਼ਾ ਸੁਣਾਈ ਕਿ ਇਹ ਬੰਦਾ ਵਾਜਿਬੁਲ ਕਤਲ ਆ, ਇਹਦੀ ਕਤਲ ਤੋਂ ਘੱਟ ਸਜ਼ਾ ਕੋਈ ਨਹੀਂ, ਉਸੇ ਬੰਦੇ ਦੀ ਦੂਸਰਾ ਬੰਦਾ ਤਾਰੀਫ ਤੇ ਤਹਿਸੀਨ ਕਰ ਰਿਹਾ ਵਾ, ਭਾਵੇਂ ਉਹਨੂੰ ਮੁਜੱਦਦ ਸਮਝ ਕੇ ਕਰ ਰਿਹਾ। ਇਹਦਾ ਮਤਲਬ ਇਹ ਹੈ ਵੇ ਕਿ ਉਹ ਡਾਇਰੈਕਟ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਉਸ ਹੁਕਮ ਦੀ ਖਿਲਾਫ ਵਰਜ਼ੀ ਕਰ ਰਿਹਾ ਵਾ ਔਰ ਉਹਦੇ ਜਿਹੜਾ ਇਰਤਦਾਦ ਆ ਉਹਨੂੰ ਐਸਨ ਇਕਦਾਮ ਕਰਾਰ ਦੇ ਰਿਹਾ ਵਾ। ਯਾਨੀ ਕਿ ਇਹਦੀ ਮਿਸਾਲ ਤੁਸੀਂ ਇੱਥੋਂ ਫੜ ਲਓ ਕਿ ਜਦੋਂ ਕਾਸਦਾਂ ਕੋਲੋਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਪੁੱਛਿਆ ਸੀ ਵੀ ਤੁਸੀਂ ਮੁਸੈਲਮਾ ਦੇ ਬਾਰੇ ਕੀ ਕਹਿੰਦੇ ਹੋ, ਉਹਨਾਂ ਨੇ ਕਿਹਾ ਜੀ ਸਾਡਾ ਵੀ ਉਹੀ ਖਿਆਲ ਆ ਜੋ ਮੁਸੈਲਮਾ ਕਹਿੰਦਾ, ਸਾਡਾ ਵੀ ਉਹੀ ਖਿਆਲ ਆ ਜੋ ਮੁਸੈਲਮਾ ਕਹਿੰਦਾ। ਤੇ ਉਹਨਾਂ ਨੂੰ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਉਹ ਸਜ਼ਾ ਸੁਣਾ ਦਿੱਤੀ। ਹੁਣ ਜਿਹੜਾ ਬੰਦਾ ਵੀ ਉਹਨਾਂ ਨੂੰ ਕਵੇ ਮੁਸੈਲਮਾ ਨੂੰ ਕਿ ਵੀ ਤੂੰ ਅੱਛਾ ਬੰਦਾ ਸੀ, ਉਹ ਬੜਾ ਨੇਕ ਆਦਮੀ ਸੀ, ਮੁਜੱਦਦ ਸੀ ਵਕਤ ਦਾ, ਉਹ ਦਰਅਸਲ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਹੁਕਮ ਦੀ ਖਿਲਾਫ ਵਰਜ਼ੀ ਕਰਨ ਦੇ ਨਾਲ ਉਹ ਬੰਦਾ ਖੁਦ ਵੀ ਉਸੇ ਜ਼ੁਮਰੇ 'ਚ ਚਲਾ ਗਿਆ ਜਿਸ ਜ਼ੁਮਰੇ ਜਿਹਦੀ ਉਹ ਤਾਰੀਫ ਕਰ ਰਿਹਾ, ਉਹ ਖੁਦ ਵੀ ਦਾਇਰਾ ਇਸਲਾਮ ਤੋਂ ਖਾਰਿਜ ਹੋ ਗਿਆ। ਕਿਉਂਕਿ ਉਹ ਮੁਰਤਦ ਜਿਹੜਾ ਹੈ ਵੇ ਜਿਹਨੂੰ ਅੱਲਾ ਦੇ ਰਸੂਲ ਨੇ ਦਾਇਰਾ ਇਸਲਾਮ ਤੋਂ ਖਾਰਿਜ ਕਰਾਰ ਦਿੱਤਾ, ਉਹਨੂੰ ਉਹ ਦਾਇਰਾ ਇਸਲਾਮ ਦੇ ਵਿੱਚ ਸਮਝ ਰਿਹਾ। ਜਦੋਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਨਾ ਕਿ ਕੋਈ ਅਗਰ ਕਿਸੇ ਮੋਮਿਨ ਨੂੰ ਮੁਸਲਮਾਨ ਨੂੰ ਕਾਫਰ ਕਹਿੰਦਾ ਵਾ ਤੇ ਉਹਦੇ ਵਿੱਚ ਕੁਫਰ ਨਹੀਂ ਪਾਇਆ ਜਾਂਦਾ, ਉਹ ਕੁਫਰ ਫਿਰ ਵਾਪਸ ਕਹਿਣੇ ਵਾਲੇ ਦੀ ਤਰਫ ਲੌਟਦਾ, ਉਹ ਖੁਦ ਜਿਹੜਾ ਬੰਦਾ ਉਹ ਕਾਫਰ ਹੋ ਜਾਂਦਾ। ਇਹਨੂੰ ਐਸੇ ਗੱਲ ਨੂੰ ਅਗਰ ਉਲਟਾ ਸਮਝੋ ਕਿ ਇੱਕ ਬੰਦਾ ਜਿਹੜਾ ਵਾ ਉਹ ਦਾਇਰਾ ਇਸਲਾਮ ਤੋਂ ਖਾਰਿਜ ਆ ਤੇ ਉਹਨੂੰ ਕੋਈ ਬੰਦਾ ਦਾਇਰਾ ਇਸਲਾਮ ਦੇ ਵਿੱਚ ਸਮਝੇ, ਤੇ ਜੇ ਉਹ ਬੰਦਾ ਦਾਇਰਾ ਇਸਲਾਮ ਦੇ ਵਿੱਚ ਨਹੀਂ ਆਂਦਾ ਤੇ ਉਹ ਕਹਿਣੇ ਵਾਲਾ ਵੀ ਦਾਇਰਾ ਇਸਲਾਮ ਤੋਂ ਖਾਰਿਜ ਹੋ ਜਾਏਗਾ। ਇਹਨੂੰ ਉਲਟੀ ਸਾਈਡ ਤੋਂ ਸਮਝੋ ਤੇ ਇਹਦਾ ਇਹ ਮਤਲਬ ਬਣਦਾ।
ਤੇ ਇਹ ਜਿਹੜਾ ਹੈ ਨਾ ਲਾਹੌਰੀਆਂ ਵਾਲਾ ਜਿਹੜਾ ਮਾਮਲਾ, ਇਹਨਾਂ ਨੇ ਇੱਕ ਮੁਦਈਏ ਨਬੂਵਤ ਜਿਹੜਾ ਹੈ ਵੇ ਉਹਨੂੰ ਮੁਜੱਦਦ ਕਹਿਣ ਜਾਂ ਜੋ ਵੀ ਕਹਿਣ, ਇਹ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਮਾਨ ਦੀ ਖਿਲਾਫ ਵਰਜ਼ੀ ਕਰਦਿਆਂ ਹੋਇਆਂ ਇੱਕ ਮੁਰਤਦ ਨੂੰ, ਮੁਦਈਏ ਨਬੂਵਤ ਨੂੰ ਇਹ ਬਣਾ ਰਿਹਾ ਹੈ ਜੀ, ਮੁਜੱਦਦ ਬਣਾ ਰਿਹਾ ਹੈ। ਹਾਲਾਂਕਿ ਕੱਲਾ ਅਗਰ ਤੁਸੀਂ ਕਿਸੇ ਨੂੰ ਮੁਜੱਦਦ ਮੰਨੋ, ਜ਼ਿਆ ਉਹ ਭਾਈ ਭਾਵੇਂ ਨਾ ਮਸੀਹ ਹੋਏ ਵੀ ਮੁਜੱਦਦ। ਮਸੀਹ ਵੀ ਬਣਾ ਰਹੇ ਨੇ, ਮੁਹੱਦਸ ਵੀ ਮੰਨ ਰਹੇ ਨੇ। मसीह ते मुहद्दस ते अच्छा जनाब अली ज़िया इमाम भाई, मेहदी। ज़िया भाई देखें, जो फनाफ रसूल की टर्म है वो किन की है, क्या है, ये आप भी जानते हैं। और तो वो क्यों नहीं फिर दायरा इस्लाम से खारिज, और उनके ऊपर क्यों नहीं फतवे लगते जो इस टर्म को पेश किया जिन्होंने आज तक, और जिसकी बिना पे आगे मिर्जा साहब ने ये सारा कुछ किया, ये बताए। इसमें एक चीज़ का फ़र्क है। फ़र्क ये है कि पहले जो भी लोग ये फनाफ रसूल की बात करते हैं ना, वो खुद नहीं दावा करते कि हम जो है वो नबी हो गए। ये फ़र्क है। ये भी नहीं दावा वैसे तो करते हमें कि भी, हम फना होके नबी बन गए हैं, ये भी नहीं है हाँ उनका दावा। देखो, हमें भी सारे ओवरऑल देख ले, हर मुसलमान को समझ ले, उसको चाहिए भी और उसके लिए हुक्म भी ये है कि वो नबी पाक सल्लल्लाहु अलैहि वसल्लम की हस्ती में फ़ना हो जाए। फ़ना होने का यही मतलब है कि इतना उनसे मोहब्बत करे, उनकी सुन्नतों को, उनके फरामीन को फॉलो करे कि एक नुक्ता भी इधर उधर ना हो। इसी को फ़ना होना कहते हैं। अपनी कोई अल्लाह की चाह मोहब्बत बाकी में ना कोई फ़ना हो रहे। जाए। या भाई अपनी कोई चाह बाकी ना रहे, हुक्म मुद्दे हाँ, की बस चाह अपने वही हो आप जो को नबी वो की हो। अल्लाह के मर्जी पे डाल दे कि जो अल्लाह का हुक्म है मैंने वही करना है, जो नबी पाक सल्लल्लाहु अलैहि वसल्लम का हुक्म है मैंने वही करना, मेरी ज़ात है ही कोई नहीं बीच में, सारा कुछ वही उनका ही है। ये तो हर मोमिन मुसलमान को ऐसा तो करना चाहिए। लेकिन ऐसा करने के बाद अगर वो कहे मैं खुद नबी बन गया हूँ, मैं इतना उनकी हस्ती में फना हो गया हूँ कि मैं खुद नबी, असल कसूर ये है, असल कसूर ये है। बस इतना फर्क नहीं आप समझ लो। ठीक है ज़िया भाई, लेकिन क्या ये टर्म मिर्जा साहब से पहले मौजूद थी फनाफ रसूल की कि नहीं? हाँ हाँ बिल्कुल मौजूद, मौजूद है ना। तो बिल्कुल है। यही मैं बात करना चाह रहा था कि ये जो पहले के बुजुर्गान दीन जो गुजरे हैं, क्या उन्होंने ये टर्म यूज की हैं या नहीं की? हाँ हाँ बिल्कुल की हुई है, फनाफ रसूल की हुई है। इस लेकिन कॉन्टेक्स्ट फनाफ में तो रसूल यूज से ना की हुई। किसी ने कासिम खुद को भाई नबी नहीं कहा कि हम नबी हो गए। कॉन्टेक्स्ट, ये इस कॉन्टेक्स्ट रेड में तो लाइन नहीं ना ये है। की हुई। हाँ, रेड लाइन ये है कि वो कह देते हैं किसी के बारे में कि फलां फनाफ रसूल है, यानी उसने अपनी हस्ती को नबी पाक सल्लल्लाहु अलैहि वसल्लम के ताबे इतना कर दिया कि अपने आप को गुम ही कर दिया उनमें। तो यहाँ तक बात जो है ये मौजूद है। लेकिन इसकी बेस पे रेड लाइन जो शुरू होती है वो इसकी बेस पे ये कह के फिर कह देना कि मैं खुद नबी बन गया हूँ, ये रेड लाइन है। जब ये रेड लाइन को क्रॉस करेगा तो वो दायरा इस्लाम से खारिज हो जाएगा। अमरवान भाई बुरे ही तो हाल में एक आपको मैंने ये बता दिया, उनका एक रीज़न ये है लाहौरियों के इर्तिदाद की, और काफ़ी सारी रीज़नें हैं ना, जैसे हज़रत ईसा अलैहिस्सलाम के नज़ूल के भी मुनकर हैं और हयात के भी मुनकर हैं वो। तो इन दोनों चीज़ों का मुनकर जो है वो वैसे दायरा इस्लाम से खारिज होते थे, क्योंकि कुरान हदीस की दोनों की ये नफ़ी है। और दूसरी बात कि वो इमाम मेहदी भी मानते हैं उसको, मिर्ज़ा ग़ुलाम कादियानी को, और दूसरा क्या मुजद्दद भी मानते हैं। अब वो क्या मानते हैं, उनका गुनाह इससे ज़्यादा मिर्ज़ा ग़ुलाम कादियानी के दावों की वजह से है कि जब मिर्ज़ा कादियानी ने नबूवत का दावा किया है, तो अगर कोई बंदा तवीलें उसकी कर दे कि मैं इसकी ये तवील करता हूँ, मैं वो तवील करता हूँ, इसका ये मतलब नहीं है, इसका वो मतलब है, तो दरअसल मामला क्या हुआ, उसका दावा अपनी जगह पे मौजूद है, नीचे वालों ने उसकी तवीले शवीले करके उसको कुछ और बनाकर मान लिया, तो ये उनका अपना गुनाह है। कुछ और बनाकर मान लेने से उसका जो मदई नबूवत है उसका दावा नहीं ख़त्म हो जाना। एक बंदा दावा करता है जी मैं नबी हूँ, और मैं कहता हूँ कि नहीं नहीं उसने जो नबी कहा है ना उससे मुराद तो बस उसकी इतनी है कि वो कहता है जी मुझे बस कुछ खबरें मिल जाती हैं, ख्वाब मुझे आते हैं तो कुछ खबरें मुझे फ्यूचर की पता चल जाती हैं, बस मेरी इतनी ही मुराद है। तो कोई वो हकीकी तौर पे नबी नहीं है, वो बस उसने ऐसे ही लुग़वी तौर पे लफ्ज़ यूज़ कर लिया हुआ है। मैं इस तरह की कोई तवील उसकी कर दूँ, मेरी तवील करने से उस बंदे का दावा नहीं बदल जाना। मैं तवील करके उसको कुछ और मान लूँ
तब भी मेरे पर हुक्म वही लगना है जो जिसको जो मान रहा हूं उसका जो दावा है। ये बड़ी बारीक बात है, ये समझने वाली है। तो इनमें तो किसी किस्म का कोई भी, और ये देखें मुद्दई नबूवत वाला जो मामला है ना अल्लाह माफ़ करे, ये इतना ख़तरनाक मामला है, इतना ख़तरनाक मामला है कि आप अंदाज़ा करें कि नबी पाक सल्लल्लाहु अलैहि वसल्लम ने अपनी ज़िंदगी में जितने भी गज़वात में हिस्सा लिया, और आपके विसाल के बाद जंग यमामा तक जो शहादतें मुसलमानों की हुई ना, वो 259 है, 259 टोटल मुसलमान शहीद हुए थे पूरी हयात मुबारक नबी पाक सल्लल्लाहु अलैहि वसल्लम की, सारे गज़वात मिला के टोटल। और एक अकेली जंग यमामा में 1300 सहाबा कराम शहीद हुए। और आपको पता है कि जो बदरी सहाबा थे ना, वो वैसे भी कुछ बुज़ुर्ग भी हो चुके थे, उम्र उनकी ज़्यादा हो चुकी थी, कुछ जो नहीं भी थे ज़्यादा उम्र के, तो उनको एक इस्तिस्ना था कि वो जिहाद में अगर चाहें तो उनको इस्तिस्ना था कि वो उसके बाद ना जाएं, क्योंकि बदर में उन्होंने ऐसा मार का सर अंजाम दिया था। ये उन पर अल्लाह ताला और अल्लाह के रसूल की तरफ से इस्तिस्ना था कि वो ना जाएं अगर किसी जंग में जिहाद के लिए, किसी मार्के में, तो तब भी उनको उनके हिस्से का माल गनीमत जो है वो दिया जाता था। यूं ही उनके लिए था कि वो शरीक हुए, सवाब भी उनको था। लेकिन जंग यमामा हुई तो हज़रत अबू बकर सिद्दीक़ रज़ी अल्लाह ताला ने उनको भी हुक्म दिया कि जो बदरी हैं साहबा, वो भी लाजमी जाएं, क्योंकि ये फितना ऐसा है कि इसकी सरकूब भी बहुत ज़रूरी है। तो आप इससे अंदाज़ा लगा लें कि ये कितना हसास मामला है, कितना हसास मामला है कि शायद इससे बढ़ के कोई और हसास मामला होगा ही नहीं। तो इसके बारे में इस मामले में कोई भी जो है वो नरमी बरतना या कोई गुंजाइश किसी भी किस्म की किसी के लिए निकालना, इससे डरना चाहिए इंसान को, इससे इंसान को डरना चाहिए। अल्लाह के हाँ पता नहीं ये कितने मलऊन लोग होते हैं ऐसे, जो अल्लाह ताला के पैगम्बर आखिरुज़्ज़मान सल्लल्लाहु अलैहि वसल्लम के खासा ख़त्म नबूवत पे डाका डालते हैं या डालने की कोशिश करते हैं। तो इसी से अंदाज़ा लगा लें कि नबी पाक सल्लल्लाहु अलैहि वसल्लम जो है वो तो, उनकी तो अखलाक के आला नमूने पर फायज़ हैं। ख़ुद अल्लाह ताला जो है वो इन्नका लअला खुलुक़िन अज़ीम इस बात की गवाही देता है। अब देखें कितना सख्त लफ्ज़ है जो नबी पाक सल्लल्लाहु अलैहि वसल्लम ने मुसैलमा के लिए इस्तेमाल किया, अल कज़्ज़ाब। कज़्ज़ाब कहते हैं बहुत बड़े झूठे को, जो चोटी का झूठा हो। छोटे मोटे झूठे को काज़िब कहते हैं, उसको कज़्ज़ाब नबी पाक सल्लल्लाहु अलैहि वसल्लम ने फरमाया, और ख़ात लिख के उसमें लिखा मुसैलमा कज़्ज़ाब। और फिर इन मुद्दइयाने, झूठे मुद्दइयाने नबूवत के बारे में वईदे नबी पाक सल्लल्लाहु अलैहि वसल्लम की हैं कि झूठे पैदा होंगे, उनके पीछे ना लगना, वो तुम्हें गुमराह करेंगे, वो ऐसी ऐसी हदीसें सुनाएंगे जो तुम्हारे बाप दादा ने नहीं सुनी होंगी। कितनी हदीसें हैं नबी पाक सल्लल्लाहु अलैहि वसल्लम की। मेरे ख्याल से वो इस मौजू पर नबी पाक सल्लल्लाहु अलैहि वसल्लम ने खुसूसी तौर पे जोर देकर उम्मत को समझाया। तो आप इससे अंदाज़ा कर लें ये कितना हसास मामला है। इस मामले में किसी इन्वॉल्व शख्स के लिए किसी भी तरह का कोई गुंजाइश निकालना या नरम गोशा रखना, इससे डरना चाहिए और शदीद तरीन एहतियात इससे बरतनी चाहिए। अपना भी ईमान को ख़तरा हो सकता है इंसान के। तो ऐसे मामलात में बिल्कुल जो है ना वो कोई भी रास्ते निकालने की कोशिश ना किया करें, सोचा भी ना करें कि जी फलाने तो मुजद्दिद मानते हैं, उनका क्या कसूर था। और कोई बात हो तो जी पूछ लें। अस्सलाम वालेकुम नईम भाई, की हाल ठीक हो? वालेकुम सलाम। अमरवान है, बड़े बुरे हालात ने, बांके दिहाड़े मिल रहे हैं, सवेर दा कादियानी कोई नहीं लभ ਰਿਹਾ ਸੀ। ਫਿਰ ਅਸੀਂ ਕਿਹਾ ਚਲੋ ਅਸੀਂ ਆਪਸ 'ਚ ਹੀ ਕੋਈ ਇੱਕ ਦੂਸਰੇ ਨੂੰ ਟੱਕਰਾਂ ਮਾਰੀਏ। ਫਿਰ ਕਾਸਮ ਨੂੰ ਬੁਲਾਇਆ, ਕਾਸਮ ਦੀ ਟੱਕਰ ਚੰਗੀ ਹੈ, ਕਹਿੰਦਾ ਮੈਂ ਚੰਗੀ ਟੱਕਰ ਮਾਰਨਾ। ਤੇ ਹੁਣ ਕਾਸਮ ਦੀਆਂ ਟੱਕਰਾਂ ਸੜਨੇ ਪਏ ਆ ਸੋਹਣਿਆ। ਜੋ ਲੱਭ ਲਿਆ ਕੋਈ ਕਾदियानी ਤੇ ਸਾਡੀ ਆਪਣੀਆਂ ਟੱਕਰਾਂ ਕੋਲ ਆਜ਼ਾਦ। ਥੱਲੇ ਦੋ ਬੈਠੇ ਨੇ, ਸਹੇਲ ਵੀ ਬੈਠੇ ਨੇ, ਟੋਨੀ ਵੀ ਬੈਠੇ, ਇੱਕ ਦੋ ਵੀ ਬੈਠੇ ਨੇ। ਜ਼ਿਆ ਭਾਈ ਦੀ ਮੌਜੂਦਗੀ 'ਚ ਤੇ ਉਹਨਾਂ ਨੇ ਬਿਲਕੁਲ ਨਹੀਂ ਸੀ ਆਣਾ, ਤੇ ਨਹੀਂ ਮਮਾਨ ਭਾਈ ਦੀ ਮੌਜੂਦਗੀ 'ਚ ਤੇ ਤੁਸੀਂ ਕਿਆਮਤ ਤੱਕ ਹੀ ਭੁੱਲ ਜਾਵੋ ਨਾ, ਜੇ ਕੋਈ ਕੁੱਤੇ ਆ ਜਾਵੇ ਕੋਈ। लेकिन नहीं साहब अभी बात यह है ठीक कि हो? बहुत सी ऐसी चीज़ें हैं जिसमें वजाहत अभी, क्योंकि
آپ کو بھی پتہ ہے جو چلے چھوڑ دے رہنے میں ان باکس میں آپ سے کر لوں گا بات. آپ جدھر بات لے کے جانا چاہ رہے ہو نا قاسم، فنا فی رسول اور اولیاء کرام اور صوفیاء اور استعارے کے رنگ میں باتیں، وہ میں ان کے اوپر ساروں کے اوپر آپ سے بات کر لوں گا، لیکن اس کا لب لباب یہی نکلنا ہے کہ ان میں سے کسی نے استعارے کی مد میں بھی اپنے آپ کو یہ چیزیں نہیں کہی ہوئی. کسی نے بھی اتنی بڑی گستاخی نہیں کی کہ وہ کہے کہ نبی کریم صلی اللہ علیہ وسلم ہی میں ہوں جو واپس آ گیا ہوں. کسی نے فنا فی رسول ہونے کے بعد یہ دعویٰ نہیں کیا کہ میں رسول اللہ بن گیا ہوں، محمد بن گیا ہوں. یہ ساری چیزیں بہت بڑی گستاخی ہیں میرے بھائی. ایک نئی نبوت کے دعوے سے بھی زیادہ بڑی گستاخی یہ ہے کہ بندہ کوئی کہے کہ میں ہی ہوں محمد رسول اللہ جو واپس آیا ہوں. اس لیے ختم نبوت کے عقیدہ ٹوٹتا نہیں ہے. آپ کو میں نے اس دن پڑھایا نہیں تھا یہ؟ نہیں فیصل بھائی وہ تھوڑی ڈیفرنٹ بات ہے. میں کر لوں گا ضیاء بھائی سے نا ان باکس میں بات کر لوں گا. نہیں ان باکس میں نہیں، آپ کھل کے کرو، لیکن جس طرف آپ کو انہوں نے کسی نے لگایا ہے نا، پٹی پڑھائی ہے کسی نے کہ بھئی یہ تو باتیں اولیاء کرام بھی کرتے رہے ہیں، یہ تو باتیں صوفیہ بھی کرتے رہے ہیں، اس نے آپ سے جھوٹ بولا ہے. صوفیہ میں سے کسی نہیں نے نہیں بھی نہیں نہ نہیں ایسا فیصل بھائی عقیدہ بیان نہیں کیا ہے نہ نہیں، ایسی ایسی بات چیز نہیں کی ہے. ہے. میں کسی پہ وہ نہیں کرتا ٹرسٹ. جو بات ہوتی ہے میں اس کو کنفرم کرتا ہوں، پڑھتا ہوں، اور میں دونوں یعنی فریقین کا پڑھتا ہوں. پھر ہی کوئی آپ مجھے بتاؤ ایسی فنا بات فی نہیں ہے کہ رسول آپ کسی نے کے ابھی تک سننے جو پہ. پڑھا، آپ کو فنا فی رسول سے کیا سمجھ آئی ہے؟ فنا فی رسول جو کہتے ہیں اپنے آپ کو، وہ کیا کر رہے ہوتے ہیں؟ مجھے یہ بتاؤ آپ. نہیں میں وہ کروں گا آپ سے نا ان باکس پہ کر لوں گا ابھی بات. ابھی تک آپ کو جو سمجھ آ گئی ہے وہ ٹاپک بتا چینج دو. کر لینا آپ کو بہتر ہے. تھوڑا اس کریکشن کر دیں گے نا، اگر کوئی غلط رستے پہ آپ چلے ہوئے آپ کو صحیح ٹریک پہ لے آئیں گے. فنا فی رسول سے آپ کیا سمجھتے ہو، مراد لیتے ہو؟ قاسم بھائی ہاں، ان کے مریدوں نے یار، جب ایک کانسیپٹ ہی موجود نہیں ہے، عثمان مرزا صاحب خود کہہ چکے ہیں کہ 1300 سال میں کسی نے ایسا دعویٰ نہیں کیا، تو آپ کہاں سے لا کے دکھا دیں گے مجھے عثمان بھائی؟ عثمان بھائی کوئی کہاں سے آ میں کے یہ دکھائے کہہ گا رہا یہ تھا چیز؟ فیصل بھائی کہ میں ہاں جی کر لیں گے بعد میں. ابھی ٹاپک چینج کر لیں. ٹھیک ہے، پھر میں اپنے نئی موان کا حال پہلے پوچھ لوں یا عامر موان کا؟ آپ بتاؤ قاسم، ڈاڈا کون کم ہے؟ جو ڈاڈا کم ہے اس سے پہلے کر لیتے ہیں. عامر موان بھائی کو قادیانی لب کے دیو، نہیں تے اسی قاسم نو نہیں اج چھڈنا. یہ دی جان بچانی ہے تے کسے قادیانی دی بلی دینی پئے گی سانو، تے بلی استے کو لب کے لیاؤ. جی وعلیکم السلام فیصل بھائی، سب بھائیوں کو نہیں السلام یہ تو علیکم. قاسم قادیانیوں کو بھائی تو تو معافی مجھے نہیں ہے نا. انہوں نے اصل دین کا بیڑا گرک تو اس کے بیٹے نے کیا نا. وہ تو ان کے ساتھ تو جو اختلاف ہے وہ تو نہیں ختم ہو سکتا نا یہ بات. قاسم بھائی میں نے آپ کو اس دن کیا حوالہ سنایا تھا، کچھ شہر دے لوگ بھی ظالم سن، کو سانو مرن دا شوق بھی سی. کوئی شوق مرزا صاحب کو خود تھا. انہوں نے کہا تھا ترقیات کا راستہ ابتلا سے ہی ملتا ہے. ان کو ابتلا کا شوق تھا، چھتر کھانے کا، ذلیل ہونے کا. انہوں نے کیا کہا کہ لازم تھا کہ جس طرح عیسیٰ نے دکھ اٹھائے اپنی قوم سے، میں اپنی قوم سے دکھ اٹھاؤں اور مفتری کہلایا جاؤں اور فلانا کہلایا جاؤں، اور پھر پھر مریم بن کے خود ہی اپنے آپ کو جنم دوں. بھول گئے ہیں وہ؟ میں نے آپ کو پڑھ کے سنایا تھا. تو مرزا صاحب تو آپ خود بتا چکے ہیں کہ لوگ ان کی کیا تعریف کرتے رہے ہیں ان کے بارے میں. جو نبی کریم صلی اللہ علیہ وسلم کے خواب آئے، مرزا صاحب کو خواب میں نبی کریم صلی اللہ علیہ وسلم جوتیاں مروا رہے ہیں. یہاں تک تو مرزا صاحب کے بارے میں لوگوں نے لکھ دیا. تو آپ کیا کہہ رہے ہیں کہ مرزا صاحب بڑی پوتر زندگی گزار کے گئے ہیں، لوگ ان کے متعلق کچھ خیالات نہیں رکھتے تھے؟ ان کے اوپر ان کی زندگی کے اندر لوگوں نے کہا کہ یہ شخص جھوٹا ہے اور اس کے دعوے جھوٹے ہیں، اور یہ جو اپنا نبوت بھی پیش کر رہا ہے یہ بھی جھوٹی ہے. ان کی زندگی میں لوگوں نے کہا ہے. جی فیصل بھائی سوری میں بیزی سی ہوں، میں فری ہو گیا. قاسم بھائی تو ادھر بھی آپ بدل روزہ کھل گیا کہ کھلن والا ہے؟ بس میں کھولن ہی لگا، روزہ تے کھل کے، لیکن میں اسے کر کے سپیڈ نہ گھر ہی نکلن لگا سی. نبی کریم صلی اللہ علیہ وسلم نے فرمایا ہے کہ جڑا حدیث میں تانوں کڑھ دینا ہونے کہ جڑا افطاری دا ٹائم ہے نا، افطاری دا ٹائم اے اللہ سبحانہ تعالیٰ کولو اپنی اجرت لین دا ٹائم ہے.
ਔਰ ਇਹੀ ਈਦਗਾਹ ਦੇ ਵਿੱਚ ਜਦੋਂ ਈਦ ਦੀ ਨਮਾਜ਼ ਪੜ੍ਹਨ ਵਾਲੀ ਹੋਵੇ ਉਹਦੇ ਵਾਸਤੇ ਵੀ ਦੱਸਿਆ ਗਿਆ ਹੈ ਕਿ ਇਹ ਉਜਰਤ ਲੈਣ ਦਾ ਟਾਈਮ ਹੈ। ਤੇ ਇਹਦੇ ਵਿੱਚ ਜਿਹੜੀਆਂ ਦੁਆਵਾਂ ਨੇ ਨਾ, ਦੁਆਵਾਂ ਉਹ ਸਭ ਤੋਂ ਜ਼ਿਆਦਾ ਕਬੂਲੀਅਤ ਦਾ ਟਾਈਮ ਹੁੰਦਾ ਕਿ ਵੀ ਜਿਹੜੀਆਂ ਅਸੀਂ ਮੰਗਣੀਆਂ। ਤੇ ਰੋਜ਼ੇ ਦੇ ਵਿੱਚ ਜਿਹੜਾ ਮਤਲਬ ਸਾਰਾ ਦਿਨ ਅਸੀਂ ਇਬਾਦਤਾਂ ਕੀਤੀਆਂ, ਸਭ ਕੁਝ ਕੀਤੀਆਂ, ਉਹਦਾ ਹੁਣ ਵਸੂਲੀ ਦਾ ਅੱਲਾਹ ਤਾਲਾ ਕੋਲ ਉਜਰਤ ਲੈਣ ਦਾ ਟਾਈਮ ਆਇਆ ਹੈ। ਤੇ ਇਸ ਟਾਈਮ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬੰਦਾ ਸਿਰਫ ਔਰ ਸਿਰਫ ਜ਼ਿਕਰ ਅਸਕਾਰ ਕਰੇ ਔਰ ਆਪਣੇ ਮਾਪਿਓ ਵਾਸਤੇ, ਆਪਣੇ ਭੈਣ ਭਰਾਵਾਂ ਵਾਸਤੇ, ਰਿਸ਼ਤੇਦਾਰਾਂ ਵਾਸਤੇ ਜਿਹੜੇ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਵਾਸਤੇ ਵੀ ਦੁਆ ਕਰੇ, ਔਰ ਜਿਹੜੀ ਮੁਸ਼ਕਲਾਤ ਦੇ ਵਿੱਚ ਨੇ ਉਹਨਾਂ ਵਾਸਤੇ ਵੀ ਦੁਆ ਕਰੇ, ਔਰ ਆਪਣੇ ਬੱਚਿਆਂ ਵਾਸਤੇ, ਆਪਣੇ ਵਾਸਤੇ, ਆਪਣੀ ਹਦਾਇਤ ਵਾਸਤੇ ਦੁਆ ਕਰੇ। ਇਹਦੇ ਵਿੱਚ ਮੈਂ ਤੁਹਾਨੂੰ ਯਾਦ ਕਰਾਉਣਾ ਸੀ ਸਾਰੇ ਦੋਸਤਾਂ ਨੂੰ ਕਿ ਇਫਤਾਰੀ ਦੇ ਟਾਈਮ ਤੋਂ 5-10 ਮਿੰਟ ਪਹਿਲੇ ਸਾਡੀਆਂ ਮਾਵਾਂ ਭੈਣਾਂ ਕਿਚਨ 'ਚ ਬੈਠੀਆਂ ਹੁੰਦੀਆਂ ਵਿਚਾਰੀਆਂ, ਪਕੌੜੇ ਕੱਢ ਰਹੀ ਏ, ਸ਼ਰਬਤ ਬਣਾ ਰਹੀ ਏ, ਇਹ ਕਰ ਰਹੀ ਏ। ਉਹ ਮੇਰੀ ਇਹ ਭੈਣੇ ਤਾਂ 10 ਮਿੰਟ ਪਹਿਲੇ ਕੰਮ ਸ਼ੁਰੂ ਕਰ ਲੈ, ਲੇਕਿਨ ਜਿਹੜੇ ਲਾਸਟ 5 ਮਿੰਟ ਰਹਿ ਜਾਂਦੇ ਨੇ ਨਾ, ਸਾਰੇ ਇਕੱਠੇ ਹੋਵੋ, ਬੱਚਿਆਂ ਨੂੰ ਵੀ ਲੈ ਕੇ ਜ਼ਿਕਰ ਕਰੋ, ਦੁਆਵਾਂ ਕਰੋ, ਆਪਣੇ ਬੱਚਿਆਂ ਨੂੰ ਆਦਤ ਪਵਾਓ ਕਿ ਤੁਹਾਡੇ ਜਿਹੜੇ ਦਾਦਾ ਦਾਦੀ, ਨਾਨਾ ਨਾਨੀ ਜਿਹੜੇ ਫੌਤ ਹੋ ਗਏ ਨੇ ਤੁਹਾਡੇ ਵੱਡੇ, ਜੇ ਉਹਨਾਂ ਦੀ ਬਖਸ਼ਿਸ਼ ਦੀ ਦੁਆ ਕਰਨ, ਜਿਹੜੇ ਬਿਮਾਰ ਨੇ ਉਹਨਾਂ ਦੀ ਸਿਹਤ ਦੀ ਦੁਆ ਕਰਨ। ਇਹ ਬੜਾ ਇੰਪੋਰਟੈਂਟ ਟਾਈਮ ਹੈ। ਮਾਸ਼ਾਅੱਲਾ ਫੈਸਲ ਭਾਈ, ਆਈ ਐਗਰੀ ਵਿਦ ਯੂ ਮੇਰੀ ਜਾਨ। ਤੇ ਮੈਂ ਨਾ ਗੱਲ ਕਰ ਰਿਹਾ ਸੀ ਕਿ ਕਾਸਮ ਭਾਈ ਤੂੰ ਮੇਰੀ ਜਾਨ ਵੀ ਹੈ, ਜਿਗਰ ਵੀ ਹੈ, ਭਾਈ ਹੈ ਤੂੰ ਸਾਡਾ। ਤੇ ਉਦਣ ਵੀ ਤੂੰ ਨਾ ਆਬਦ ਨਾਲ ਲੱਗਾ ਹੋਇਆ ਸੀ ਕਿ ਨਬੂਵਤ ਦਾ ਦਾਵਾ ਮਿਰਜ਼ੇ ਦਾ ਸਾਬਤ ਕਰ। ਯਾਰ ਤੂੰ ਕੀ, ਮੈਨੂੰ ਤਾਂ ਤੇਰੀ ਉਸ ਟਾਈਮ ਵੀ ਗੱਲ ਦੀ ਸਮਝ ਨਹੀਂ ਲੱਗੀ, ਲੇਕਿਨ ਮਜੀਦ ਆਪਣੇ ਭਾਈਆਂ ਨਾਲ ਇਦਾਂ ਦਾ, ਜਦੋਂ ਇੱਕ ਬੰਦਾ ਹੈ ਹੀ ਖੰਜ਼ੀਰ ਆ ਜਿਹਨੇ ਨਬੂਵਤ ਦਾ ਦਾਵਾ ਝੂਠਾ ਕੀਤਾ ਹੋਇਆ। ਆਪਣਾ ਆਮਰ ਸਾਹਿਬ ਮੇਰੀ ਗੱਲ ਸੁਣੋ, ਹੁਣ ਦੋ ਬੰਦੇ ਨੇ, ਇੱਕ ਪੱਪੂ ਦੇ ਕਾਸਮ ਸਰਕਾ ਦੇ ਨਹੀਂ ਲੱਭਣਾ, ਫਿਰ ਅਸਾਂ ਦੋ ਬੰਦੇ ਨੂੰ ਹੀ ਕਾਬੂ ਕਰਨਾ ਨਾ, ਕਿ ਨਹੀਂ? ਰੋਜ਼ਾ ਰੱਖਿਆ ਅਮਰ ਭਾਈ, ਰੋਜ਼ਾ ਰੱਖਿਆ। ਨਈਮ ਫੈਸਲ ਭਾਈ ਜਾਂ ਨਈਮ ਅਵਾਨ ਸਾਹਿਬ, ਟੋਨੀ ਥੱਲੇ ਕੋ ਰੌਲਾ ਪਾਇਆ, ਇਸ ਦਾ ਜਵਾਬ ਦੇ ਦੇ। ਟੋਨੀ ਸਾਹਿਬ ਦੇ ਯਾਰ ਇਸ ਟਾਈਮ ਕਸਟਮਰ ਹੁੰਦੇ ਨੇ ਕੋਲ, ਮੈਂ ਤੇ ਚੁੱਕ ਲੈਣਾ ਉਹਨਾਂ ਨੂੰ, ਲੇਕਿਨ ਉਹ ਗੱਲ ਨਹੀਂ ਕਰ ਸਕਣਗੇ। ਬਾਕੀ ਪੁੱਛ ਲਵੋ ਉਹਨਾਂ ਨੂੰ ਜੇ ਆਉਣਾ ਚਾਹੁੰਦੇ ਨੇ। ਬਾਕੀ ਆਮਿਰਵਾਨ ਭਾਈ ਗੱਲ ਤੁਹਾਡੀ ਬਿਲਕੁਲ ਸਹੀ ਹੈ, ਲੇਕਿਨ ਆਪਣਾ ਰੋਜ਼ਾ ਨਹੀਂ ਅਸੀਂ ਖਰਾਬ ਕਰਨਾ ਹੁਣੇ। ਜੀ ਜ਼ਾਕਰ ਠੀਕ ਭਾਈ, ਬੜੀ ਮਿਹਰਬਾਨੀ, ਤੁਸੀਂ ਟਾਈਮ ਦਿੱਤਾ ਭਾਈ ਛੋਟੇ ਨੂੰ। ਜੀ ਭਾਈ ਨਈਮ, ਸਲਾਮ ਅਲੈਕੁਮ। ਨਈਮ ਸਾਹਿਬ ਸਲਾਮ ਅਲੈਕੁਮ, ਕੈਸੇ ਮਿਜ਼ਾਜ ਨੇ ਸਰ? ਸਿਗਨਲ ਤੁਹਾਡਾ ਠੀਕ ਹੋਇਆ ਹੈ? ਵਾਲੇकुम सलाम जी, मौजूद की महफिल सजाई हुई ने। कैसे जा रहे ने सर रमजान, कैसे जा रहे ने पाकिस्तान दे विच? रमजान अल्लाह दा बड़ा करम है यार, रमजान ठीक जा रहा है। इतना तक तो बादशाह दी रोत है वे, कोई रोजे दा पता नहीं, एनर्जी भी बहाल है। इब्तदाई रोजे ने एनर्जी भी बहाल होंदी, पूरी होंदी है बंदे दी माशाअल्लाह। जाके ते पता लगदा रोजे क़यामुल लैल तरावियां दी सुनाओ, तरावियां जेड़े इमाम दे पीछे पढ़ रहे हो, कैसी ओदी किरात है, को मजा आ रहा है? ठीक है, बेहतरीन है, प्रॉपर है। सनम हाल मेरी जिंदगी च दूजा माम जिंदगी में सुन रहा है। ਤੁਸੀਂ ਅੱਜ ਤੀਸਰੇ ਰੋਜ਼ੇ ਦੀਆਂ ਤਰਾਵੀਆਂ ਪੜੀਆਂ ਕਿ ਚੌਥੇ ਦੀਆਂ? ਨਹੀਂ ਭਾਈ, चौथे दियां ਮਤਲਬ ਪੰਜਵਾਂ ਸਪਾਰਾ ਤੁਹਾਡੇ ਲੋਕਾਂ ਦਾ ਮੁੱਕ ਗਿਆ ਹੋਏਗਾ ਫਿਰ। बिल्कुल मुक गया पंजवां सुपरा। ਠੀਕ ਹੈ, ਠੀਕ ਹੈ, ਠੀਕ ਹੈ। छेवें दा महल एक रुकू रह गया साडा। ਮਤਲਬ ਇਹ ਹਜ਼ਰਤ ਈਸਾ ਵਾਲੇ ਵਾਕਿਆਤ ਜਿਹੜੇ ਨੇ, ਸੂਰੇ ਆਲੇ ਇਮਰਾਨ ਵਾਲੇ, ਇਹ ਸਾਰੇ ਹੁਣ ਮੁੱਕ ਚੱਲੇ ਹੋਣਗੇ ਨਾ? ਜਿਹੜੇ ਲੱਗ ਗਏ ਅਸੀਂ ਨਾ ਤੇ 1.5 ਸਪਾਰਾ ਪੱਕਾ ਹੈ ਸਾਡਾ ਰੋਜ਼ ਦਾ ਇਬਤਦਾਈਆ ਚ, ਤੇ ਸਾਡੇ ਮੌਲਵੀ ਸਾਹਿਬ 25 ਨੂੰ ਟੋਰ ਜਾਂਦੇ ਨੇ ਘਰ ਨੂੰ। ਹਾਜੀ ਵਾਹ, ਕੀ ਬਾਤ ਹੈ। ਤੇ ਕਿੰਨੀ ਦੇਰ ਚ ਪੜਾਉਂਦੇ ਨੇ ਨਈਮਾਨ ਭਾਈ? 2 ਘੰਟੇ ਲਾ ਦਿੰਦੇ ਨੇ ਕਿ 1.5 ਘੰਟੇ ਚ? ਨਹੀਂ 2 ਘੰਟੇ ਨਹੀਂ ਲੱਗਦੇ, 8:45 ਜਮਾਤ ਹੁੰਦੀ ਹੈ ਸਾਡੀ, ਤੇ 9:45 ਅਸੀਂ ਫਾਰਗ ਹੋ ਜਾਂਦੇ ਆ। ਮਤਲਬ ਉਹ ਆਪਾਂ ਤਰਤੀਲ ਨਾਲ ਹੀ ਪੜ੍ਹਦੇ ਨੇ ਨਾ, ਫਿਰ ਐਸਾ ਪੜ੍ਹਦੇ ਨੇ ਕਿ ਤੁਹਾਨੂੰ ਪੜ੍ਹੇ ਨੂੰ ਸਮਝ ਵੀ ਆ ਰਿਹਾ ਹੁੰਦਾ ਪਿੱਛੇ ਖਲੋਤੇ ਨੂੰ ਕੀ ਪੜਿਆ ਜਾ ਰਿਹਾ। ਬਿਲਕੁਲ, ਇਹ ਦੌੜ ਨਹੀਂ ਲੱਗੀ, ਦੌੜ ਨਹੀਂ ਹੈ। ਨਵੇਂ ਬੱਚੇ ਜਿਹੜੇ ਹੁੰਦੇ ਨੇ ਨਾ, ਨਵੇਂ ਬੱਚੇ ਜਜ਼ਬਾਤੀ, ਉਹ ਸਪੀਡ ਪੜ੍ਹਦੇ ਨੇ, ਉਹ ਪਤਾ ਹੀ ਨਹੀਂ ਲੱਗਦਾ ਕਿ ਹੋ ਕੀ ਰਿਹਾ। ਅੱਲਾਹੁ ਅਕਬਰ, ਸਜਦਾ, ਅੱਲਾਹੁ ਅਕਬਰ, ਅੱਲਾਹੁ ਅਕਬਰ, ਅੱਲਾਹੁ, ਉਹ ਖਲੋਤਾ ਅਲਹਮਦੁਲਿल्लाह। ਉਹਨੂੰ ਕੋਈ ਸਮਝਾਉਣ ਵਾਲਾ ਵੀ ਨਹੀਂ ਹੁੰਦਾ ਕਿ ਯਾਰ ਇਹਦੀ ਦੁਨੀਆ ਵਿਚਾਰੀ ਪਿੱਛੇ ਹੈਗੀ ਏ, ਉਹ ਸਮਝਣ ਵਾਸਤੇ ਆਈ ਏ, ਸੁਣਨ ਵਾਸਤੇ ਆਈ ਏ। ਤੇ ਪਿਆਰ ਨਾਲ ਪੜ੍ਹ, ਤਸੱਲੀ ਨਾਲ ਪੜ੍ਹ, ਭਾਵੇਂ ਘੰਟਾ 1.5 ਲੱਗਦਾ, 2 ਲੱਗਦਾ, ਗੱਲ ਸਮਝ ਤੇ ਆਵੇ। पीर साहब क्या ऐसे मिजाज हैं आपके? ठीक ठाक है सर? अस्सलाम वालेकुम, ठीक है भाई। पीर साहब एक सवाल था आपसे जी जी। कि कुरान और सुन्ना की रोशनी में बताएं कि ये जो क़यामुल लैल है, या जिसको हम रमज़ान में जब करते हैं तरावी है, इसकी
इसको मतलब टाइम फ्रेम कितना का होना चाहिए इसका, कोई है आइडिया, कोई उसके अंदर हमारे है हिदायत, मतलब कोई घंटा, 2 घंटे, 3 घंटे, 4 घंटे, इस तरह करके? जी जी। देखिए क़यामुल लैल, तरावी, ये सब एक ही नमाज है, लेकिन इसमें हम लोग अगर बहस करेंगे तो मुमकिन है कुछ इख्तलाफात आ जाएं और बात इधर की उधर चली जाए। यही क़यामुल लैल है, इसी को तरावी कहते हैं। रमज़ान में आप इशा के बाद कुरान पढ़ लेते हैं, लेकिन दूसरे महीनों में इसको क़यामुल लैल कहा जाता है। तो कोई और नमाज नहीं। नबी अलैहिस्सलाम ने 3 रात ये नमाज़ें पढ़ाई बाजमात, यहाँ तक कि सहाबतुल किराम अल-अत्हार रज़ियल्लाहु अन्हुम अजमईन, उनको ऐसा लगा कि सहरी का वक्त निकल जाएगा, अब सुबह होने वाला है। और नबी अलैहिस्सलाम के बारे में ये आता है, उम्मुल मुमिनीन अत-तय्यबा अत-ताहिरा आयशा रज़ियल्लाहु अन्हा फरमाती हैं कि नबी अलैहिस्सलाम जो पढ़ते थे, रमज़ान हो या गैर रमज़ान, इतनी लंबी चौड़ी कि पूछे ही नहीं, और 11 रकतें पढ़ते थे नबी अलैहिस्सलाम। लेकिन सहाबी, ये मैं ख़ुलासा बता रहा हूँ, जब सहाबी ने सवाल किया नबी अलैहिस्सलाम से कि कितनी रकतें मुझे पढ़नी चाहिए, कितनी हैं, तो नबी अलैहिस्सलाम ने फरमाया 2 रकतें हैं, जितनी चाहे पढ़ लो। सलात मैं माफी चाहता हूँ पीर साहब, मैं शायद सवाल समझा नहीं सका। मैं रकतों की तादाद नहीं पूछ रहा, जी मैं जी क़याम की मुद्दत पूछ रहा हूँ कि क़याम की मुद्दत कम से कम कितनी होनी चाहिए, 1 तिहाई रात, 2 तिहाई रात, इस तरह की कोई कुरान में हदीस में हमें हिदायत आती है? नहीं, मैंने यही तो आपको बता रहा हूँ कि जब नबी अलैहिस्सलाम से पूछा गया कि कितनी रखते हों, कितनी पढ़ी जाएं, कितना टाइम होना चाहिए, तो जवाब यही आया कि सलातुल लैली मसना मसना, 2 रकातें हैं। इज़ा खशिया अहदकुमुस सुबह सल्ला रकअतन वाहिदतन तुतर लहू मा क़द सल्ला। नबी अलैहिस्सलाम ने फरमाया, ये नफली इबादत है, 2 रकातें पढ़ते जाओ, जितना पढ़ना चाहते हो। एक इंसान है पूरी रात पढ़ना चाहते पढ़े, कोई मसला नहीं, लेकिन ये ख्याल रखे कि अब फजर होने वाली है तो तब बंद कर दे अपनी इस इबादत को, 1 रकत पढ़ ले वितर, और अपनी इस इबादत को नफली बंद कर दे। तो इसका कोई जो है वो इसमें अमर है वासे, यानी ऐसा नहीं है कि इतना जो है आपने क़याम करना है, इतना आपने उठना है, ऐसा कुछ भी नहीं है। ये आपकी मर्ज़ी पर है, जितना आप चाहें 2 पढ़ें, 1 घंटा इबादत करें, 2 घंटा इबादत करें, 4 घंटा इबादत करें, जैसे आपकी मर्ज़ी हो। जी भाई, अगर यही आपका सवाल है तो। जी, मैं इसलिए पूछ रहा था पीर साहब कि कुछ उलमाए किराम फरमाते हैं कि नबी करीम सल्लल्लाहु अलैहि वसल्लम को जो क़यामुल लैल का हुक्म दिया गया हुआ सूरह मुज़म्मिल में, वो 1 तिहाई रात या 2 तिहाई रात, वो कहते हैं कम जी से कम 1 तिहाई रात तो हमें करनी चाहिए क़यामुल जी लैल। तादाद की जी जी बात नहीं हो रही, वो तो कोई 2 पढ़े, 4 पढ़े, 8 पढ़े, 20 पढ़े, 32 भी पढ़े, उसके ऊपर नहीं मैं कर रहा। लेकिन उनकी जो मुद्दत होनी चाहिए क़याम की, कुछ उलमाए किराम कहते हैं कि कुरान की आयत के मुताबिक कम से कम 1 तिहाई रात होनी चाहिए, मतलब जी 2 ढाई घंटे की तो हो ना वो। नहीं, वो तो जो बात है नबी अलैहिस्सलाम के बारे में, तो नबी अलैहिस्सलाम के बारे में आप ये जान जाएं, ये नमाज थी फ़र्ज़, तो नबी अलैहिस्सलाम ने इस नमाज को छोड़ा नहीं, नाफिलतन लका, वो तो फ़र्ज़ थी। उम्मत के लिए ये है नफल, पढ़ें ठीक, नहीं पढ़ें तब भी उन पे कोई गुनाह नहीं। और जो आप बात कर रहे हैं उस आयत की, वो तो शुरू की बात है, वहाँ पर ये भी बताया जा रहा है कि कुछ लोग हैं आपके साथ खड़े होते हैं, वहाँ पर भी यही बात, खुलासा यही बताया जा रहा है कि आप रात के हिस्से में थोड़ा, यानी ज़्यादा या तिहाई रात या चौथाई रात, इस तरह से आपकी मर्ज़ी पर भी वहाँ पर बताया गया है, कि ये नहीं बताया गया कि इतना लाजम है इतना ही करो, ऐसा नहीं है। लाजम नहीं, लेकिन जो नबी करीम सल्लल्लाहु अलैहि वसल्लम से साबित है वो मैं पूछ रहा था। लाजम तो नहीं मैं कह रहा, लाजम नहीं तो नहीं इस्तिताअत है ना, जितनी किसकी इस्तिताअत है। कोई 8 पढ़ के बेचारा थक जाता है, कोई 20 पढ़ के नहीं थकता, कोई 32 पढ़ के नहीं थकता, ये भी तो है ना, महारी की इस्तिताअत अपनी अपनी है। हाँ, नहीं वो जो हुक्म है ना, या अय्युहल मुज़म्मिल, जिसकी आप बात कर रहे हैं, तो वह वजाहत नबी अलैहिस्सलाम करेंगे ना भाईजान।
جو یہ الفاظ ہیں یا ایھا المزمل قم اللیل الا قلیلا نصفہ او انقص منہ قلیلا او زد علیہ ورتل القرآن ترتیلا، یہ ہے وہ بات۔ اس میں کوئی جو ہے معین وقت نہیں بتایا گیا، بلکہ یہی بتایا جا رہا ہے کہ رات کو آپ اٹھیے، عبادت کیجئے، نصفہ آدھی رات، او انقص منہ قلیلا یا کچھ کم کیجئے، او زد علیہ یا کچھ زیادہ کیجئے، ورتل القرآن ترتیلا، اور اس قرآن کے ساتھ کھڑی ہو جائیے اور اس کو ٹہر ٹہر کے پڑھیے۔ تو اسی بات پیر ایک صاحب یہ جو آپ نے فرمایا چاہے کوئی ساری رات پڑھے، اس سے تو نبی کریم صلی اللہ علیہ وسلم نے منع فرمایا نا ساری رات کے قیام سے۔ نہیں ایسی بات نہیں ہے۔ جب نبی علیہ السلام سے پوچھا گیا، یہ متفقن علیہ حدیث ہے، بخاری مسلم دونوں کی ہے، جب پوچھا گیا نبی علیہ السلام سے تو نبی علیہ السلام نے فرمایا صلاۃ اللیل مثنا مثنا، دیکھو دو دو رکعتیں ہیں، رات کو جب آپ پڑھنا چاہیں دو دو رکعت کرتے پڑھتے جاؤ۔ فَإِذَا خَشِيَ أَحَدَكُمُ الصُّبْحَ صَلَّى رَكْعَةً وَاحِدَةً تُؤْتَرْ لَهُ مَا قَدْ صَلَّى، یہ نبی علیہ السلام کے الفاظ ہیں، بخاری مسلم کی حدیث ہے۔ دو دو رکعتیں ہیں، رات کی عبادت آپ کرنا چاہتے ہیں نفلی، دو دو رکعت پڑھتے جاؤ، دو پڑھ لیا ٹھیک، چار پڑھ لیا ٹھیک، تو آپ چھ بات پڑھ لیا صحیح ٹھیک۔ کر رہے ہیں پیر صاحب، حدیث بھی بالکل واضح ہے اور آپ کی بات بھی بالکل صحیح ہے، لیکن وہ اس کنڈیشن میں بات ہو رہی ہے جب آپ قیام اللیل کو اس ٹائم پہ کریں جو فجر سے پہلے کا ہے۔ یہاں پر تو آج کل ہمارے ماشاءاللہ حضرت عمر نے جب کا وہ شروع کیا ہے کہ لوگوں کو آسانی پیدا کی ہے کہ بھئی لوگ عشاء کے لیے اکٹھے ہوئے ہیں تو اسی مجلس کے اندر ہی پھر قیام اللیل بھی ہو جائے تاکہ وہ اپنے گھروں کو بھی جائیں اور صبح سحری کے لیے بھی اٹھ جائیں۔ اس میں تو وہ عشاء کے بعد تو پھر ساری رات نہیں نہ پڑھ سکیں گے پیر صاحب۔ بھائی جان، حضرت عمر نے یہ شروع نہیں کیا، یہ تھوڑا سا مغالطہ ہے۔ بات یہ ہے کہ نبی علیہ السلام نے شروع کی تھی، اور نبی علیہ السلام نے بتایا کہ میں اس لیے نہیں آیا، میں جانتا ہوں آپ لوگ میرے انتظار میں تھے۔ وہ کب شروع ہوا تھا؟ وہ عشاء کے بعد ہی شروع ہوا تھا نا بھائی۔ ایک دن عشاء کے بعد ہے پیر صاحب، اس سے اگلے دن نصف رات پر ہے، اور اس سے بالکل آخر میں آخری ٹائم کے اوپر ہے، جہاں تک مجھے مفہوم یاد ہے۔ میں حدیث نکال لیتا ہوں، آپ اگر حکم فرماتے ہیں۔ ہاں آپ نکال لیجئے، کوئی مسئلہ نہیں۔ تو عشاء کے بعد نبی علیہ السلام نے پڑھائی، یہ بھی ثابت ہے۔ تین ٹائم نبی کریم صلی اللہ علیہ وسلم نے بتائی نا، ایک عشاء کے فوراً بعد، ایک نصف رات والا، اور ایک جو نارملی جو ان کا اپنا جو قیام اللیل کا ٹائم تھا فجر سے پہلے کا آخری حصہ جو ہوتا ہے رات کا۔ پہلی رات تو پڑھائی یا نہیں پڑھائی؟ یہ پہلی رات پڑھائی، لیکن ساری رات نہیں نہ پڑھائی پیر صاحب، میں یہی عرض کر رہا ہوں۔ بھائی پہلی رات پڑھا کے جب نہیں آئے نبی علیہ السلام، 3 راتوں کے بعد صحابۃ الکرام الاطہار انتظار کر رہے تھے، تو نبی علیہ السلام وہ کون سا ٹائم تھا انتظار کر رہے تھے؟ فجر کے پہلے تک کا، فجر کے پہلے تک کا۔ اگر ایسی حدیث ہے تو آپ دکھا دیجئے۔ اس میں فجر کے وقت تشریف لائے تو صحابہ کرام ادھر ہی بیٹھے ہوئے تھے نا۔ نہیں، اپنے گھر سے پھر انہوں نے ہی۔ یہی تو سوال، یہ سوال جو انہوں نے نبی کریم صلی اللہ علیہ وسلم سے فرمایا، بھائی جان جو صحابہ کرام نے پوچھا، یہ فجر کی نماز میں ہی پوچھا تھا نا حضرت۔ سن لیجئے بھائی جان، نبی علیہ السلام اپنے گھر ہی سے، وہیں سے ان سے گفتگو کی، کہا میں دیکھ رہا ہوں، اور بعد میں بھی آ کے بات کی، وہیں گھر سے ہی کہا میں دیکھ رہا ہوں، اپنا پڑھ لو۔ نبی علیہ السلام نے اجازت دے دی، اور آپ دیکھیں گے کہ وہاں صحابۃ الکرام الاطہار جماعت کی شکل میں بھی پڑھ رہے ہیں، مسجد ہیں 2-4 وہاں جماعت کی شکل میں پڑھ رہے ہیں، کچھ اکیلے پڑھ رہے ہیں۔ نبی علیہ السلام نے جماعت اس لیے نہیں کرائی کہ یہ کہیں فرض نہ ہو جائے، اور یہ چلا آ رہا تھا، یہ بند تو نہیں تھا۔ جماعت کی شکل میں صحابہ پڑھتے تھے، اکیلا بھی پڑھتے تھے، 2-4 ادھر پڑھ رہے ہیں، ایک اکیلا پڑھ رہا ہے، اس طرح کا معاملہ رہا ہے، یہاں تک کہ حضرت عمر کا دور آیا۔ حضرت عمر جا رہے ہیں، اچانک ان دیکھ لیتے ہیں کچھ لوگ ادھر پڑھ رہے ہیں، کچھ لوگ ادھر پڑھ رہے ہیں، کچھ 2-4 ادھر پڑھ رہے ہیں، کچھ اکیلے پڑھ رہے ہیں۔ توقف کیا اور کہا اگر ان کو اکٹھا کیا جائے ایک ہی امام پہ زیادہ بہتر ہوگا۔ پھر انہوں نے حکم دیا کہ اس طرح سے کرو، اور انہوں نے وہی کیا۔ جی بھائی جان۔ یہ حضرت صاحب صبح ماشاءاللہ
यही टॉपिक छिड़ा हुआ था, और ये जो आपने बताई है हदीस, यही दोस्तों को पढ़ के सुनाई थी कि हज़रत उमर की तरफ ये जो कोई बातें आप लोग गलत मंसूब करते थे, उन्होंने कि नई चीज़ शुरू नहीं की, बल्कि नबी करीम सल्लल्लाहु अलैहि वसल्लम के ज़माने में जिस तरह नबी करीम सल्लल्लाहु अलैहि वसल्लम की इमामत में सारों ने मिल के पढ़ी है, हज़रत उमर ने एक इमाम मुकर्रर कर दिया कि ये 4-4 5-5 टोलियां जो हैं ये ना हो, उनकी जगह एक ही इमाम हो जिससे सारे उसी के पीछे पढ़ रहे हो। ये सुबह दोस्तों के साथ क्लियर की थी बात। जी जी। मेरा वहीं पर वो बात फंसी हुई है। मैं इंशाल्लाह अभी ये हदीस निकाल के आपकी खिदमत में पेश करूंगा, क्योंकि नबी करीम सल्लल्लाहु अलैहि वसल्लम ने फरमाया मैं रात को क़याम भी करता हूँ और सोता भी हूँ, और उस नहीं हदीस वो में तो साहबी को सारी भाईजान रात वो इबादत से मना फरमा रहे हैं नबी ना करीम ना ना सल्लल्लाहु ना अलैहि वसल्लम। वो बात अलग है भाई। वो बात ये है कि 3 लोग आए, नबी अलैहिस्सलाम की इबादत के बारे में पूछा, नबी अलैहिस्सलाम की इबादत के बारे में बता दिया गया, तो उन्होंने कहा कि ये तो अल्लाह के नबी हैं, इतने करते हैं। एक ने कहा तो मैं शादी ही नहीं करूँगा, ये बीवी बच्चा पाल के जो है वो क्या इबादत कर पाऊँगा। एक ने कहा सारी रात नहीं सोऊंगा। ये है वो बात, ये मसला ही अलग है। उनको बुलाकर कहा कि नहीं ऐसा मत करो। लेकिन रही बात तहज्जुद की, एक इंसान तहज्जुद पढ़ना चाहता है, कितना पढ़ सकता है वो, कितनी रकतें पढ़ेगा, इसके बारे में तो हदीस अलग है ना। कम से कम 11 पढ़ेगा, ज्यादा जितनी मर्जी पढ़ सकता है पढ़े, कम से कम 11 तो पढ़नी चाहिए उसको। वही तो बात है। नहीं नहीं नहीं, 11 भी आप कहें कि ये 11 कम से कम यही ज़रूरी है, ये बात भी गलत है। बात ये है कि नबी अलैहि जी सुन्नत बता रहा हूँ कि सुन्नत में कम से कम 11 है। अच्छा, सुन्नत में 11 हैं, किस तरह से ज़रा बताइए। अम्मा आयशा की हदीस मौजूद है ना बुखारी के अंदर, कि वो नबी तो करीम नबी सल्लल्लाहु अलैहिस्सलाम का अमल है अपने घर में। क्या नबी अलैहिस्सलाम ने हुक्म दिया कि इतने पढ़ो? भाईजान वो अमल नबी अलैहिस्सलाम तो नफल समझ के पढ़नी है ना, जिसने तो नफल समझ के पढ़नी है वो तो 2 भी पढ़ ले, 7 वितर पढ़ ले, 4 भी पढ़ ले, 7 वितर पढ़ ले, 6 भी पढ़ ले, 7 वितर पढ़ ले। जिसने सुन्नत समझ के पढ़नी है कि भाई नबी करीम सल्लल्लाहु अलैहि वसल्लम क़यामुल लैल करते थे, मैंने इस सुन्नत को हासिल करना है, उसको तो 8 और वो 3 क़यामुल लैल की फजर से पहले उठ के पढ़नी चाहिए। अच्छा ठीक गैर है, रमजान की बात अच्छा कर रहा हूँ। ठीक है। जो लोग 20 पढ़ रहे हैं, उससे ज़्यादा पढ़ रहे हैं, वो सुन्नत नहीं माना जाएगा? वो भी सुन्नत माना जाएगा, क्यों नहीं तो माना फिर जाएगा? मैं तो गैर भाईजान रमजान की बात कर रहा हूँ, मैं बात यह रमजान है, की तो बात ही नहीं कर रहा ना, मैं बात यह गैर है, रमजान की बात कर रहा हूँ। रमज़ान हो या गैर रमज़ान, बात यह है नबी अलैहिस्सलाम ने उम्मत को ये बताया कि सलात लैल मसना मसना। उम्मत को नहीं बताया कि मैं इतना पढ़ता हूँ इतना पढ़ो। उम्मत को ये कहा कि 2-2 रकतें हैं। पढ़नी 2-2 रकात करके है। हाँ, अगर ये कोई इंसान 2 ही पढ़ के इक्तिफा कर जाएगा तो ये सुन्नत पे अमल नहीं है। वो हदीस है, नबी ने 4 पढ़ता है, 6 पढ़ता है, 10 पढ़ता है, 20 पढ़ता है, 100 पढ़ता है, जितना भी पढ़ता है वो सुन्नत ही माना जाएगा, क्योंकि नबी अलैहिस्सलाम ने उम्मत के लिए इस दरवाजे को ओपन किया कि भाई आपकी मर्जी है। थोड़े से गलत हो गए, मेरे अल्फाज थोड़े से गलत हो गए। सुन्नत तो माना जाएगा, 2 भी पढ़ ले, 4 भी पढ़ ले। कसरत से सुन्नत जो नबी करीम सल्लल्लाहु अलैहि वसल्लम की है 11 रकात गैर रमजान के अंदर या रमजान के अंदर, जो हजरत आयशा फरमा रही हैं, वो क़यामुल लैल जो करना चाहता है उसके लिए टाइम भी जो कसरत वाला है वो फजर से पहले का है, और उनके लिए 8 और 3 वितर, ये कसरत वाली सुन्नत की बात की थी मैंने शायद बात थोड़ी गलत कर दी, इसलिए मैं अपने अल्फाज चेंज करके आपके सामने पेश कर रहा हूँ। नहीं 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 नहीं, अगर हम उस हदीस को देखेंगे ना उम्मुल मोमिनीन की, तो उसमें उम्मुल मोमिनीन से पूछा जा रहा है नबी के अमल के बारे में। उम्मुल मोमिनीन, वो जो हदीस है, उम्मुल मोमिनीन नबी अलैहिस्सलाम जो उम्मुल मोमिनीन के घर में अमल है वो बता रही हैं। भाईजान उलमा ने, फ़ुक़हा ने, ये जो एक तशद्दुद है ना कि कोई कहते नहीं ऐसा है, ये तो सुन्नत है, बाकी जो पढ़ रहे हैं उनकी सुन्नत नहीं है, ये अपनी बातें हैं, ये अपने अमल। मैंने ऐसी बात नहीं की, मैंने अपने अल्फाज भी चेंज कर लिए, कसरत से सुन्नत वाली बात। भाई आपने अल्फाज तो चेंज तो कर वो ले। भी सुन्नत है, 4 पढ़ रहे हैं वो भी सुन्नत है। हाँ, ये जो बात है ना, ये आपने जो बात की, ये बात मारूफ है कि किया जाता है बहुत उम्दा, और दूसरे के अमल को जो है वो नफल बता के तो इस तरह की बातें करते हैं, जो ये बात ठीक नहीं है, इससे गलत जो है वो तासुर चला जाता है।
وجہ اس کی یہ ہے کہ احادیث موجود ہیں کہ نبی علیہ الصلاۃ والسلام نے ان کا اپنا کیا عمل ہے اور نبی علیہ الصلاۃ والسلام نے امت کے لیے کیا کہا. اب دیکھیں وہ حدیث آپ دیکھیں. ابن عمر فرماتے ہیں ان رجلا سأل رسول اللہ صلی اللہ علیہ جناب وآلہ اس سے وسلم. پہلے میں آپ سے بحث نہیں رہا، میں آپ سے علم حاصل کرنے کے لیے پوچھ رہا ہوں، یا آپ یہ نہ سمجھے کہ میں آپ سے مباحثہ کر رہا ہوں. یہ اس طرح آپ نے مجھے جواب دینا پلیز. نہیں میں تو آپ کو بحث تو نہیں کر رہا ہوں، بلکہ میں آپ کو وہ حدیث سمجھا رہا ہوں جو ام المومنین سے پوچھا گیا اور جو کچھ نبی سے پوچھا گیا، وہ چیزیں میں آپ کو بتا رہا ہوں، اور جن کا جواب علماء فقہا نے دیا ہے وہ میں آپ کو سمجھا رہا ہوں. سمجھ رہے ہیں میرے محترم بھائی؟ ایسا نہیں ہے کہ میں آپ کے ساتھ کوئی جھگڑا چاہتا ہوں یا جھگڑے والی کوئی بات ہے، ایسا کچھ بھی نہیں ہے میرے بھائی. بات سے بات نکل جاتی ہے نا بھائی. اس کو پلیز مکمل کریں اما عائشہ کی وہ حدیث کو. جی یہ سب سے پہلے آپ اس حدیث کو دیکھیں جس میں نبی علیہ الصلاۃ والسلام سے پوچھا گیا، صحابی نبی علیہ الصلاۃ والسلام سے دو پوچھ رہے رکعت والی وہ بتائیں فیض صاحب. وہ یہ ہے کہ ایک شخص نے ان رجلا، اور راوی ہیں عبداللہ بن عمر، ان رجلا ایک شخص نے سأل رسول اللہ صلی اللہ علیہ وآلہ وسلم. اچھا مجھے 2 منٹ دے دو، کچھ بات کرنی ہے گھر میں، پھر بات آپ لیں حضرت صاحب، آپ اس کو تسلی سے نکال کے لائیں، اس کی شرح بھی پڑھ کے آئیں تاکہ ہم سب کو فائدہ ہو. باقی یہی باتیں صبح ہو رہی تھی. علی آپ کو یاد ہے جو میں جعفری صاحب کے خدمت میں پیش کر رہا تھا؟ جی اس وقت پیر صاحب آ جاتے نا، میں اس وقت کام کے اوپر بزی تھا، تفصیل سے بات نہیں کر سکتا تھا. میرا خیال تھا خلیفہ وقت بھائی ان کو تھوڑی سی رہنمائی کر دیں گے، لیکن وہ بھی کسی اور طرف چل پڑے، پھر دوسرے بھی کوئی موجود نہیں تھے. پھر میں کام چھوڑ کے باہر آ گیا، میں یار چلو ان سے تھوڑی سی بات کروں. لیکن پھر جب میں نے دیکھا نا کہ جعفری بھائی وہ میری جو میں ان کو بات کر رہا ہوں وہ سمجھنے نہیں چاہتے، پھر میں ادھر ہی میوٹ لگا کے کام پہ ہی واپس چلا گیا. وہ طارق بھائی بسم اللہ جی آیا نو، کی حال نے سرکار؟ ٹھیک ہو؟ ضیاء بھائی بھی موجود ہیں یار، ضیاء بھائی بھی اوپر اگر تشریف لانا چاہیں. میں نے ان کو 2 دفعہ کال ڈالی ہے لیکن شاید بزی ہیں ضیاء بھائی. اور سہیل ناصر صاحب آپ صبح 15 منٹ کہہ کے گئے ہیں، کتنے لمبے ہونے ہیں آپ کے 15 منٹ سہیل ناصر صاحب؟ اچھا محترم، جی سر. اب آپ وہ حدیث دیکھ لیں جس میں صحابی پوچھ رہے ہیں نبی علیہ الصلاۃ والسلام، بلکہ ام المومنین کی دیکھ لیں پہلے. ام المومنین کے بارے میں یہ ہے کہ سئل عائشہ رضی آپ اللہ بخاری عنہا. والی بتانے لگے ہیں نا حضرت صاحب، بخاری والی؟ بخاری مسلم دونوں میں ہے نا بھائی. سأل عائشة رضي الله عنها كيف كانت صلاة رسول الله صلى الله عليه وآله وسلم في رمضان. ام المؤمنین سے پوچھا گیا کہ رمضان میں نبی علیہ الصلاۃ والسلام کی نماز کی کیا کیفیت تھی. ظاہری بات ہے قیام اللیل کے بارے میں پوچھا جا رہا ہے نا، فرض تو وہی ہے، فرض کے بارے میں تو نہیں پوچھا جا رہا، جبکہ نبی علیہ الصلاۃ والسلام گھر میں عبادت کرتے ہیں، تراویح کے لیے نہیں آ رہے. اس لیے پوچھا جا رہا ہے کہ ذرا بتائیے رمضان میں کس طرح نبی علیہ الصلاۃ والسلام عبادت کرتے تھے. ظاہری بات ہے تعداد کے بارے میں پوچھا جا رہا ہے. خیر، كيف كانت صلاة الرسول صلوات ربي وسلامه عليه في رمضان؟ فقالت ما كان يزيد في رمضان ولا في غيره على 11 ركعة. تو سید الانام صلوات ربی وسلامہ علیہ رمضان ہو یا غیر رمضان ہو 11 رکعتوں سے زیادہ نہیں پڑھتے تھے. یہ ام المؤمنین بتا رہی ہیں جو ام المؤمنین نے عمل دیکھا رمضان میں اپنے گھر میں. ظاہری بات ہے پوری رمضان تو وہاں تو باریاں ہیں، نبی علیہ الصلوۃ والسلام کے اور بھی ازواج مطہرات ہیں، وہاں بھی چلے جاتے ہیں نا، لیکن جو کچھ دیکھا ام المؤمنین نے اپنے گھر میں نبی کا عمل وہ بتا رہی ہے. یصلی 4،
4 रकातें पढ़ते थे। फला तुसल अन हुस्न हिन्ना व तूल हिन्ना, उनकी जो है हुस्न कितनी खूबसूरती से और कितने तवील होते थे वो तो पूछे ही नहीं, यानी बहुत ज़्यादा जो है तवील। सुम्मा युसल्ली अरबान, फिर 4 पढ़ते थे, फिर वही अल्फाज हैं फला तुसल अन हुस्न हिन्ना व तूल हिन्ना, सुम्मा युसल्ली सलासन, फिर 3 पढ़ते थे। फ़क़ुल्तु या रसूलल्लाह अतनामु क़ब्ल अन तु'तर क़ाल या आयशतु इन्न ऐनी तनामान वला यनामु क़ल्बी। ये है वो हदीस जिसको लिया जाता है कि नबी अलैहिस्सलाम 11 पढ़ते थे, तो 11 ही पढ़ना चाहिए। शब व रोज़ जो है यहाँ झगड़ा चलता है, आप जानते हैं, लेकिन ये अमल नबी अलैहिस्सलाम का है। इस 11 रुकात पढ़ने का नबी अलैहिस्सलाम ने हुक्म कभी भी नहीं दिया, ना उम्मुल मोमिनीन ने ये कहा कि नबी की ये अमल है आप भी इतना पढ़ो, ऐसा नहीं, बल्कि नबी अलैहिस्सलाम के अमल के बारे में बात तो वैसे पीर साहब ठीक कर रहे हैं अली। पाकिस्तान के अंदर हैं हमारे कुछ दोस्त जो नारे लगाते होते हैं कि 8 रकात सुन्नत बाकी सब शिरक व बिदत। ऐसे नारे सुनने में तो आते हैं शिद्दत पसंद लोगों की वजह से, लेकिन उनकी बात गलत है। फैसल भाई की हाल ने? अस्सलाम वालेकुम वरहमतुल्लाहि मेरे यार वबरकातुहू। बड़े बांके दिहाड़े सवेर ਦਾ ਕੋ ਕਾਦੀਆਨੀ ਹੱਥ ਨਹੀਂ ਲੱਗਾ। ਇੱਕ ਆਇਆ ਸੀ ਸੁਹੇਲ ਨਾਸਰ, ਉਹ 15 ਮਿੰਟ ਦਾ ਲਾਰਾ ਦੇ ਕੇ 4 ਘੰਟੇ ਹੋ ਗਏ ਨੇ ਚਲੇ ਗਿਆ। ਹੁਣੇ ਮੈਂ ਆਵਾਜ਼ਾਂ ਦੇਣਾ ਥੱਲੇ ਬੈਠਾ, ਜਵਾਬ ਹੀ ਨਹੀਂ ਦੇ ਰਿਹਾ, ਟੈਕਸਟ ਵੀ ਨਹੀਂ ਲਿਖ ਰਿਹਾ। ਮੇਰਾ ਕੀ ਹਾਲ ਹੋਣਾ? ਮੈਂ ਹੁਣ ਸੋਚ ਰਿਹਾ ਕੋਈ ਮੁਸਲਮਾਨ ਹੀ ਲੱਭਾਂ। और राती ਪਹਿਲੇ ਕਾਸਮ ਨਾਲ ਲੜਦੇ ਰਹੇ ਆ, ਹੁਣ ਕਾਸਮ ਨੂੰ ਵੀ ਆਪਣਾ ਖਿਆਲ ਆ ਗਿਆ। ਉਹਨੇ ਕਿਹਾ ਮੈਂ ਥੱਲੇ ਜਾ ਕੇ ਬਹਿ ਕੇ ਸੁਣਾਗਾ, ਮੈਂ ਨਹੀਂ ਤੁਹਾਡੇ ਚ ਸ਼ਾਮਲ। ਉਹਨੇ ਕਿਹਾ ठीक हो ਆਪਣਾ गया। ਨਵਾਂ ਭਾਰੂ ਲੱਭ ਲਓ। ਜੇ ਕੋਈ ਨਵਾਂ ਕੁੱਕੜ ਲੱਭਣੇ ਪਿਆ ਲੱਭ ਲਿਆ ਦੇ, ਨਹੀਂ ਤੇ ਕੋਈ ਕਾਦੀਆਨੀ ਲਿਆ ਦੇ ਭਰਾਵਾ, ਮਿਹਰਬਾਨੀ ਹੋਏਗੀ। और राती